ਸਿੱਖ ਕੌਮ ਧੰਨ ਗੁਰੂ ਨਾਨਕ ਸੱਚੇ ਪਿਤਾ ਤੋਂ ਜਿਸ ਦਾ ਇਸ ਧਰਤੀ ਦੇ ਉੱਤੇ ਆਗਾਜ਼ ਹੁੰਦਾ ਹੈ। 10 ਪਾਤਸ਼ਾਹੀਆਂ ਤੱਕ ਇੱਕ ਰੂਹਾਨੀ ਜੀਵਨ ਸਾਨੂੰ ਸਰਬੱਤ ਦੇ ਭਲੇ ਵਰਗਾ ਜੋ ਇਖਲਾਕ ਗੁਰੂ ਨਾਨਕ ਜੀ ਸਿੱਖ ਨੂੰ ਸਿਰਜ ਕੇ ਦਿੰਦੇ ਆ। ਤੇ ਹਰ ਰੋਜ਼ ਹੀ ਸਿੱਖ ਦੀ ਅਰਦਾਸ ਹੀ ਇੱਥੇ ਮੁਕੰਮਲ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਦੋਂ ਸਿੱਖ ਬਾਣੀ ਪੜ੍ਹੇ ਤੇ ਉਦੋਂ ਵੀ ਇਹ ਰਾਗ ਅਲਾਪਤ ਹੈ, ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਜਾਂ ਅਸੀਂ ਪੜ੍ਹਦੇ ਆ ਕਿ ਸਤਿਗੁਰੂ ਜੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਬਰੈ ਤਿਤੈ ਲੇਹੋ ਉਬਾਰ। ਪਰ ਜਿਹੜੀ ਕੌਮ ਭਲਾ ਮੰਗੇ, ਦੂਜਿਆਂ ਦੇ ਲਈ ਜਿਸ ਗੁਰੂ ਨੇ ਆਪਣੇ ਸਰਬੰਸ ਵਾਰ ਦਿੱਤੇ, ਦੂਜਿਆਂ ਲਈ ਆਪਣੇ ਧੜ ਦਾ ਆਪਣੇ ਸੀਸ ਦਾ ਸੱਚ ਐਵੇਂ ਕੁਰਬਾਨੀ ਦਿੱਤੀ, ਬਹੁਤ ਕੁਝ ਇਸ ਕੌਮ ਨੇ ਇਸ ਦੇਸ਼ ਦੇ ਲਈ, ਇਸ ਕਹਿ ਲਓ ਕਿ ਗਰੀਬਾਂ ਲਈ, ਮਜ਼ਲੂਮਾਂ ਲਈ, ਧੀਆਂ ਭੈਣਾਂ ਲਈ, ਇਹਨਾਂ ਦੀ ਇੱਜ਼ਤ ਆਬਰੂ ਲਈ ਬਹੁਤ ਕੁਝ ਕੀਤਾ। ਸਭਾ ਆਪਣਾ ਪਦ ਗੁਜ਼ਾਰਦਾ। ਇਸ ਧਰਤੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਤੋਂ ਬਾਅਦ ਬਾਤਾ ਸਿੰਘ ਬਹਾਦਰ ਆਪਣੀ ਹਕੂਮਤ ਕਾਇਮ ਕਰਦਾ, ਸਿੱਖ ਰਾਜ ਕਾਇਮ ਕਰਦਾ ਤੇ ਸੱਚ ਐਵੇਂ ਸਿੱਕਾ ਚੱਲਦਾ ਗੁਰੂ ਨਾਨਕ ਦੇ ਨਾਮ ਦਾ। ਜਿਹੜੇ ਲੋਕ ਕੱਲ ਤੱਕ ਕੇਵਲ ਜਰਵਾਣਿਆਂ ਦੇ ਗੁਲਾਮ ਸਨ, ਉਹਨਾਂ ਨੂੰ ਜ਼ਗੀਰਾਂ ਦੇ ਜ਼ਮੀਨਾਂ ਦੇ ਮਾਲਕ ਬੰਦਾ ਸਿੰਘ ਬਹਾਦਰ ਬਣਾਉਂਦੇ ਨੇ। ਫਿਰ ਉਹਨਾਂ ਨੂੰ 1716 ਦੇ ਅੰਦਰ ਸ਼ਹੀਦ ਕੀਤਾ ਜਾਂਦਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਦੌਰ ਆਇਆ। 40 ਸਾਲ ਇਸ ਹਿੰਦੁਸਤਾਨ ਦਾ ਇੱਕ ਖਿੱਤਾ ਹੈ ਜਿਹਨੂੰ ਪੰਜਾਬ ਦਾ ਖਿੱਤਾ ਕਹਿੰਦੇ ਨੇ। ਲਾਹੌਰ ਦੇ ਅੰਦਰ ਉਹਨੇ ਫਿਰ ਸੱਚ ਐਵੇਂ 40 ਸਾਲ ਰਾਜ ਕੀਤਾ ਜਿਹਨੂੰ ਖਾਲਸੇ ਦਾ ਰਾਜ ਕਹਿੰਦੇ ਆ। ਉਹਦੇ ਰਾਜ ਦੇ ਅੰਦਰ ਹਿੰਦੂ ਨੂੰ, ਮੁਸਲਮਾਨ ਨੂੰ, ਹਰ ਇੱਕ ਵਰਗ ਨੂੰ ਬਰਾਬਰਤਾ ਦਿੱਤੀ ਗਈ। ਜਿੰਨੇ ਉਹਨੇ ਗੁਰਧਾਮ ਬਣਾਏ, ਗੁਰੂ ਘਰਾਂ ਨਾਲ ਜਗੀਰਾਂ ਲਾਈਆਂ, ਓਨੀਆਂ ਹੀ ਉਹਨੇ ਮੰਦਿਰਾਂ ਤੇ ਮਸਜਿਦਾਂ ਦੇ ਨਾਲ ਲਵਾਈਆਂ। ਪਰ ਹੋਇਆ ਕਿ ਡੋਗਰਿਆਂ ਦੀ ਕਾਲਸਥਾਨੀ ਨੇ, ਇਹਨਾਂ ਦੇ ਦੋਗਲੇ ਪਾਨੇ, ਸ਼ਾਮ ਸਿੰਘ ਅਟਾਰੀ ਸਭਰਾ ਦੀ ਅਖੀਰਲਾ ਜਿਹੜਾ ਜੰਗ ਜਿੱਥੇ ਸਾਧ ਸੰਗਤ ਉਹਦੇ ਮਰਨ ਕਰਕੇ ਸੱਚ ਐਵੇਂ ਸਾਡਾ ਰਾਜ ਦਾ ਅਖੀਰਲਾ ਸੁਪਨਾ ਸੀ ਉਹ ਵੀ ਜਾਂਦਾ ਰਿਹਾ। ਆਖਿਰਕਾਰ ਇਸ ਪੰਜਾਬ ਦੀ ਧਰਤੀ ਤੇ ਗੋਰਿਆਂ ਨੇ ਪੈਰ ਰੱਖਿਆ। ਗੋਰਿਆਂ ਨੇ ਪੈਰ ਰੱਖ ਕੇ ਫਿਰ ਆਪਣੀ ਮਰਜ਼ੀ ਦੇ ਨਾਲ ਮਹੰਤਾਂ ਨੂੰ ਗੁਰੂ ਘਰਾਂ 'ਚ ਕਾਬਜ਼ ਕੀਤਾ ਤੇ ਆਪਣਾ ਹੁਕਮ ਦਾ ਡੰਕਾ ਇਸ ਪੰਜਾਬ ਦੀ ਧਰਤੀ ਤੇ ਵੀ ਉਹ ਵਜਾਉਣ ਲੱਗੇ। ਫਿਰ ਸਾਕਾ ਵਾਪਰਦਾ 1921 ਦਾ। ਇੱਥੇ ਵੀ 200 ਸਿੰਘ ਸਿੰਘਣੀਆਂ ਸ਼ਹੀਦੀਆਂ ਪਾ ਕੇ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਂਦੀਆਂ ਨੇ। ਚਾਬੀਆਂ ਦਾ ਦੌਰ ਚੱਲਦਾ, ਗੁਰੂ ਕੇ ਬਾਗ ਦੇ ਮੋਰਚੇ ਲੱਗਦੇ ਆ, ਜੈਤੋ ਕਾ ਮੋਰਚਾ ਲੱਗਦਾ। ਇਹ ਸਾਰੇ ਮੋਰਚੇ, ਇਹ ਸਾਰੇ ਜਿਹੜੇ ਕਹਿ ਲਓ ਕਿ ਆਪਾਂ ਇਸ ਪੰਜਾਬ ਦੀ ਧਰਤੀ ਤੇ ਜਾਂ ਹਿੰਦੁਸਤਾਨ ਦੇਸ਼ ਦੇ ਅੰਦਰ ਮੂਵਮੈਂਟ ਹੋ ਰਹੀਆਂ ਸਨ, ਉਹ ਸਿੱਖਾਂ ਵੱਲੋਂ ਕੀਤੀਆਂ ਜਾ ਰਹੀਆਂ ਸਨ। ਜਦੋਂ ਇਹ 1921 ਦਾ ਸਾਕਾ ਹੋਇਆ ਤੇ ਬਹੁਤ ਵੱਡੇ ਇਕੱਠ ਦੇ ਅੰਦਰ ਮਹਾਤਮਾ ਗਾਂਧੀ ਦੇ ਇਹ ਬੋਲ ਸਨ ਕਿ ਇਹ ਹਿੰਦੁਸਤਾਨ ਦੇ ਆਜ਼ਾਦੀ ਦੀ ਨੀਂਹ ਰੱਖੀ ਗਈ ਹੈ, ਭਾਵ ਕਿ ਹੁਣ ਇੱਥੋਂ ਅਸੀਂ ਇੱਕ ਚੰਗੀ ਸ਼ੁਰੂਆਤ ਕਰ ਸਕਦੇ ਹਾਂ। ਫਿਰ ਚਲੋ ਸਾਧ ਸੰਗਤ ਜੀ, ਇਹ ਹੁਣ ਜਿਵੇਂ ਜਿਵੇਂ ਜਿੱਥੇ ਜਿੱਥੇ ਮੀਟਿੰਗਾਂ ਹੋਣੀਆਂ ਨਾ, ਇਹਨਾਂ ਨੇ ਸਿੱਖਾਂ ਨੂੰ ਭਰਮਾਉਣਾ। ਇਹ 2-3 ਤਰੀਕਾ ਤੁਹਾਡੇ ਸਾਹਮਣੇ ਰੱਖਣੀਆਂ ਕਿ 1929 ਦੇ ਅੰਦਰ ਇੱਕ ਲਾਹੌਰ ਦੇ ਵਿੱਚ ਬਹੁਤ ਵੱਡੀ ਮੀਟਿੰਗ ਇਜਲਾਸ ਇਕੱਠਾ ਕੀਤਾ ਜਾਂਦਾ। ਇਹਦੇ ਅੰਦਰ ਸਪੀਚ ਦਿੱਤੀ ਗਈ ਇਹਨਾਂ ਦੇ ਆਗੂਆਂ ਵੱਲੋਂ। ਇਹਦੇ ਵਿੱਚ 3 ਨਾਮ ਮੇਨ ਆਉਂਦੇ ਆ, ਹਰਮਨ ਭਾਈ ਪਟੇਲ ਤੇ ਪੰਡਿਤ ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ। ਬੀਜੇਪੀ ਤਾਂ ਬਹੁਤ ਦੇਰ ਬਾਅਦ ਆਈ, ਕਾਂਗਰਸ ਦਾ ਰਾਜ ਜਿਹੜਾ ਸੀ ਉਹ 47 ਤੋਂ ਬਾਅਦ ਰਹਿੰਦਾ। ਹੁਣ ਇੱਥੇ ਹੋਇਆ ਕਿ 29 ਦੇ ਵਿੱਚ ਇਹਨਾਂ ਨੇ ਸਿੱਖਾਂ ਨੂੰ ਸੰਬੋਧਨ ਕਰਕੇ ਕਿਹਾ ਕਿ ਜਦੋਂ ਵੀ ਦੇਸ਼ ਆਜ਼ਾਦ ਹੁੰਦਾ, ਤੁਹਾਡੀਆਂ ਬਹੁਤ ਜ਼ਿਆਦਾ ਕੁਰਬਾਨੀਆਂ ਨੇ ਇਸ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਲਈ ਤੇ ਚੱਲ ਰਹੀਆਂ ਨੇ। ਤੁਹਾਨੂੰ ਪੁੱਛ ਕੇ ਹੀ ਹਿੰਦੁਸਤਾਨ ਦਾ ਵਿਧਾਨ ਕੀ ਜਿਹੜਾ ਸੀ ਉਹ ਸਿਰਜਿਆ ਜਾਊਗਾ। ਸਿੱਖਾਂ ਨਾਲ ਧੱਕਾ ਨਾ ਹੋਵੇ, ਸਿੱਖਾਂ ਨੂੰ ਬਣਦੇ ਹੱਕ ਦਿੱਤੇ ਜਾਣ। ਇਹ ਚਲੋ ਸਾਰੇ ਵਾਅਦੇ ਕੀਤੇ ਜਾਣ ਲੱਗੇ। ਫਿਰ ਸਮਾਂ ਆਪਣੀ ਚਾਲੇ ਚੱਲਿਆ ਤੇ 1931 ਵਿੱਚ ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਇੱਥੇ ਇੱਕ ਜਿਹੜਾ ਹੈ ਮਹਾਤਮਾ ਗਾਂਧੀ ਵੱਲੋਂ ਸਿੱਖਾਂ ਨੂੰ ਸੰਬੋਧਨ ਕਰਕੇ
उस दर ते जिथे धन गुरु तेग बहादुर जी ने इन्हां दे जंजू लई, इन्हां दे तिलक लई, मंदिरां लई अपने आपे नूं वारिया सी। ते गुरु गोबिंद सिंह ने गाया सी, तिलक जंजू राखा प्रभ ताका, कीनो वड्डो कल्लू मैं साका। इत्थे इन्हें सिख कौम नूं संबोधन हो के एक गल कही कि जदों भी हिंदुस्तान गोरियां तो आज़ाद होवेगा ते सिखां दे लई असीं वध तो वध कोशिश करांगे कि सिखां नूं एक वखरा सूबा दिता जाए, आज़ाद खिता दिता जाए, जिथे सिख अपने कौम दा जां एक खुली हवा दे विच रह के अपने समय नूं गुजारे। ते जदों किसी ने ना भीड़ विचों आवाज़ दे के कहा कि महात्मा गांधी जी जे तुसी अपनियां गल्लां तो मुकरे, वेखो ये सब गल्लां लिखियां होईयां ने। ते महात्मा गांधी ने 1931 च कहा सी कि जे असी अपनियां गल्लां तो मुकरीए ते फिर सिख कौम एक बहादुर कौम है, फिर ये तलवारां ते हथियारां नूं हत्थ च फड़ के सच एवें फिर जिहड़ा है वो धक्के नाल अपने जिहड़े ने जो असी वादे कीते वो साडे तो मंगण आके। तीजी बेनती सुणिओ, कलकत्ते दे विच एक प्रैस कॉन्फ्रेंस करदा पंडित जवाहर लाल नेहरू। ये 1946 की गल है, 47 तो वंड तो पहला। तुसी मन च कहोगे कि साका अपना 84 की गल सुनन आए तो ये गल्लां क्यों? संगत जी सानू पता लगे। कई बारी भाई अमृतपाल सिंह भी एक गल कहंदे, साडे सिख विद्वानां ने जिन्ना जोर गुरु नानक तो लैके 10वें पिता तक साखियां सुनाउण च लाया, उन्ना गुरु गोबिंद सिंह तो लैके 84 का इतिहास सुनाउण च नहीं लाया। सानू गुर इतिहास तो बाद सिख इतिहास का भी पता होना चाहिए कि साडे नाल कित्थे कित्थे धक्के होए। तां मैं कहना ये 2-4 दिन ने, अद्धा घंटा मैं भी पूरा लाउणा ते तुसी भी 2-4 दिन पहला आओ, मैनू सुनाउण च ते मेहनत करन च मिलेगी। हाँ तुसी सुनना चाहते हो कुछ, फिर चलो असी मुड़िए। पंडित जवाहर लाल नेहरू ने इत्थे भी सिखां दे नाल वादे कीते कि असी तुहानू एक वखरा सूबा देंगे, उत्थे तुसी आज़ादी दा साह बानोगे। सिखां लई बहुत संघर्ष जिहड़ा है इस देश लई कीता। इन्हां दे गुरु साहिबानां ने साडे धर्म दे लई आपा वारिया, सिख ते हिंदुआं विच कोई फर्क ना समझिया जाए। चलो ये 46 च कॉन्फ्रेंस हुंदी है। एक घटना है 1937 की, ये असी उदों करनी गल जदों असी पंजाबी सूबे तक पहुंचांगे। संगत जी 1947 तो पहला 4 को गल्लां ध्यान च रखियो। कहते हैं कि 121 जिहड़े ने वो बंदे फांसी ते चढ़े आ, जिन्हां विचों 93 कल्ले सिख सी जिन्हां ने इस देश नूं आज़ाद करन दे लई फांसी दे रस्से चुमे। दूजी बेनती, जदों काले पाणियां दी सज़ा दिती गई ते 4600 जिहड़े ने 2646 बंदियां नूं काले पानी दी सज़ा दिती गई। ये तुसी जरूर याद रखियो। उन्हां विचों 2147 कल्ले सरदार सिख सन जिन्हां नूं काले पाणियां दी सज़ा होई। तीजी बेनती सुनियो, जदों जलियांवाले बाग च अटैक होंदा ते 1300 सिंह ते सिगड़ियां कह लो लोग उत्थे शहीदियां पाउंदे, उहदे उन्हां 1300 विचों 793 कल्ले सिख सन। फिर जदों कामा घाटा मारू जिहड़े पढ़े लिखे ने वो जरूर जानते ने, जदों बच एक घाट है कलकत्ते विच ते कैनेडा तो जदों जहाज सिखां दा मोड़िया सी ते उन्हां नूं आउंदियां ही कलकत्ते दे बच घाट च गोलियां दे मार के मौत दे घाट उतारे, 22 सिख सन। ये जिहड़ी सिखां दी गिनती सारी करदे ने ना कुल मिला के कहते 5031 लोग जिहड़े आ वो मरदे आ, उन्हां विचों 3000 तो वध सिखां ने कुर्बानियां दित्तियां ने। ये सिखां ने कीता कि चलो साडा देश गुरुआं ने कुछ कीता असीं भी करांगे। हुण 47 जदों आउंदी आ, जदों रोला पै गया, गोरियां नूं लगा हुण देश छड्डणे पैणा, इंग्लैंड की धरती ते एक मीटिंग कीती जाती आ। मुसलमानां विचों मिस्टर जिना जिहड़ा उन्हां दा आगू है उहनूं भेजिया जाता है। हिंदुआं विचों 3 गए सी, महात्मा गांधी गया, पंडित जवाहर लाल नेहरू गया ते हरमन भाई पटेल गया। सिखां ने अपना आगू सरदार बलदेव सिंह नूं बना के भेजिया। मास्टर तारा सिंह नूं बदनाम बड़ा कीता क्या, पर उहदा कोई इन्ना रोल नहीं सी। सिखां नूं जिहड़ा सी कह लो कि वेले आपां कुवेले दीयां टक्करां वाले पासे पए। हुण हुंदा कि इत्थे जदों आबादी दे हिसाब दे नाल
ਜਾਂ ਹੋਰ ਕਹਿ ਲਓ ਕਿ ਵੱਖਰੇ ਸਾਰਿਆਂ ਨੂੰ ਦੇਸ਼ ਮਿਲਨੇ ਆ। ਮਿਸਟਰ ਜਿਨ੍ਹਾਂ ਦੀ ਗੱਲ ਆਈ ਤੇ ਕਹਿ ਲੱਗੇ ਕਿ ਤੁਸੀਂ ਨਿੱਕਾ ਜਿਹਾ ਖਿੱਤਾ ਲੈ ਕੇ ਪਾਕਿਸਤਾਨ ਬਹੁਤ ਛੋਟਾ ਤੁਹਾਨੂੰ ਮਿਲਣਾ, ਤੁਹਾਡੀ ਆਬਾਦੀ ਵੀ ਕਿੰਨੀ ਕੁ ਹੈ, ਤੁਸੀਂ ਕਿੰਨੇ ਕੁ ਸੰਘਰਸ਼ ਕੀਤੇ ਤੇ ਇੰਨਾ ਕੁ ਲੈ ਕੇ ਤੁਸੀਂ ਕੀ ਕਰੋਗੇ। ਮਿਸਟਰ ਜਿਨਾਹ ਅੱਜ ਵੀ ਪਾਕਿਸਤਾਨ ਦੇ ਨੋਟਾਂ ਤੇ ਜਿਹਦੀ ਫੋਟੋ ਛਪਦੀ ਆ ਉਹਨੂੰ ਮਿਸਟਰ ਜਿਨਾਹ ਕਹਿੰਦੇ ਆ। ਉਹ ਆਗੂ ਸੀ ਉਸ ਸਮੇਂ ਮੁਸਲਮਾਨ ਕੌਮ ਦਾ, ਤੇ ਉਹਨੇ ਇੱਕ ਗੱਲ ਕਹੀ ਸੀ, ਆਪਣੇ ਜੇਬੇ ਚੋਂ ਰੁਮਾਲ ਕੱਢਿਆ। ਇਹ ਗੱਲਾਂ ਧਿਆਨ ਨਾਲ ਸੁਣੋ ਸੰਗਤ ਜੀ। ਇਹ 1947 ਵਿੱਚ ਅਸੀਂ ਧੱਕੇ ਖਾਦੇ, ਵਾਅਦਿਆਂ ਦੇ ਉੱਤੇ ਖੜੇ, ਤੇ ਸੱਚ ਜਾਣਿਓ ਅੱਜ ਤੱਕ ਧੱਕੇ ਖਾਦੇ ਆ ਰਹੇ ਆ। ਅੱਜ ਤੱਕ ਸਾਡੀਆਂ ਪੱਗਾਂ ਰੋਲੀਆਂ ਜਾ ਰਹੀਆਂ। ਜੇ 1200 ਕਰੋੜ ਦੀ ਲਾਗਤ ਨਾਲ ਅੱਜ ਸੰਸਦ ਬਣਦੀ ਆ ਨਵੀਂ, ਤੇ ਉਹਦੇ ਵਿੱਚ ਸਾਰੇ ਭਗਵੇਂ ਕਰਨ ਵਾਲੇ ਲੈ ਕੇ ਚਲੇ ਗਏ, ਸਿੱਖਾਂ ਨੂੰ ਥਾਂ ਹੀ ਨਹੀਂ ਦਿੱਤੀ ਉੱਥੇ। ਬਹੁਤ ਕੁਝ ਚਲੋ ਇਸ ਸੰਸਾਰ ਤੇ ਹਿੰਦੁਸਤਾਨ 'ਚ ਅੱਜ ਵੀ ਕੀਤਾ ਜਾ ਰਿਹਾ ਸਰਕਾਰਾਂ ਵੱਲੋਂ। ਹੁਣ ਜਿਹੜੀ ਅਸੀਂ ਬੇਨਤੀ ਕਰ ਰਹੇ ਕਿ ਮਿਸਟਰ ਜਿਨਾਹ ਨੂੰ ਗੋਰੇ ਕਹਿਣ ਲੱਗੇ ਕਿ ਤੂੰ ਇੰਨਾ ਕੁ ਪਾਕਿਸਤਾਨ ਲੈ ਕੇ ਕੀ ਕਰਨਾ ਹੈ। ਕਹਿੰਦੇ ਉਹਨੇ ਆਪਣੇ ਜੇਬੇ 'ਚ ਰੁਮਾਲ ਕੱਢਿਆ ਤੇ ਰੁਮਾਲ ਕੱਢ ਕੇ ਵਿਛਾ ਕੇ ਕਹਿੰਦਾ ਇੰਨਾ ਦੇ ਦਿਓ, ਪਰ ਚਾਹੀਦਾ ਆਜ਼ਾਦ ਦੇ, ਮੈਂ ਇਹਨਾਂ ਹਿੰਦੂਆਂ ਨਾਲ ਨਹੀਂ ਰਹਿਣਾ, ਮੈਂ ਇਸ ਭਾਰਤ ਨਾਲ ਨਹੀਂ ਰਹਿਣਾ। ਤੇ ਉਹ ਇੱਕ ਗੱਲ ਕਹਿੰਦਾ ਸੀ, ਕਹਿੰਦਾ ਸਿੱਖੋ ਧੋਖਾ ਖਾਓਗੇ। ਅੱਜ ਤੁਸੀਂ ਇਹਨਾਂ ਨੂੰ ਗੁਲਾਮ ਵੇਖਿਆ, ਜਿੱਦਣ ਆਜ਼ਾਦ ਹੋ ਗਏ ਅਸਲੀ ਰੰਗ ਤੁਹਾਨੂੰ ਉਦੋਂ ਦੱਸਣਗੇ। ਤੇ ਜਦੋਂ ਤੁਸੀਂ ਅੱਗੇ ਘਟਨਾਵਾਂ ਸੁਣੋਗੇ ਵਾਕਈ ਤੁਹਾਨੂੰ ਲੱਗੇਗਾ ਕੁਝ ਸਾਡੇ ਨਾਲ ਹੋਇਆ। ਹੁਣ ਵਾਰੀ ਆਈ ਤੇ ਇਹ ਹਰਮਨ ਪਟੇਲ ਤੇ ਪੰਡਿਤ ਜਵਾਹਰ ਲਾਲ ਨਹਿਰੂ, ਇਹ ਗਾਂਧੀ, ਇਹਨਾਂ ਨੂੰ ਚਲੋ ਇਹਨਾਂ ਨੂੰ ਵੱਖਰਾ ਜਿਹੜਾ ਸੀ ਉਹ ਦੇਣਾ ਸੀ ਭਾਰਤ ਹਿੰਦੁਸਤਾਨ। ਬਲਦੇਵ ਸਿੰਘ ਨੂੰ ਗੋਰਿਆਂ ਨੇ 3 ਵਾਰੀ ਆਵਾਜ਼ ਮਾਰੀ। ਪਹਿਲੀ ਵਾਰੀ ਕਹਿੰਦੇ ਕਿ ਤੁਹਾਡੀਆਂ ਕੁਰਬਾਨੀਆਂ ਬੜੀਆਂ, ਤੇ ਗੋਰਿਆਂ ਦੀ ਅਸੈਂਬਲੀ ਵਿੱਚ ਇੱਕ ਕੌਮ ਇਹੋ ਜਿਹੀ ਸੀ ਜਿਹਨੂੰ ਸਿੱਖ ਕੌਮ ਕਿਹਾ ਜਾਂਦਾ, ਗੋਰਿਆਂ ਨੇ ਦੂਜੀ ਕੌਮ ਦੇ ਲਈ ਮੌਨ ਰੱਖਿਆ ਹੋਵੇ 2 ਮਿੰਟ ਦਾ। ਕਾਹਦੇ ਲਈ? ਸਾਰਾ ਗੜੀ ਦੇ ਮੈਦਾਨ ਦੇ ਅੰਦਰ 21 ਸਿੱਖਾਂ ਨੇ ਪਠਾਣਾ ਨੂੰ ਲੋਹੇ ਦੇ ਚਨੇ ਚਬਾਏ। ਉਹ ਸਿੱਖਾਂ ਦੀ ਕੁਰਬਾਨੀ, ਸਿੱਖਾਂ ਦੀ ਬਹਾਦਰੀ ਤੇ ਸਿੱਖਾਂ ਦੀ ਦਰਿਆ ਦਿਲੀ, ਸਰਬੱਤ ਦੇ ਭਲੇ ਮੰਗਣ ਵਾਲੀ ਉਹ ਸਾਰੀ ਬਿਰਤੀ ਨੂੰ ਜਾਣਦੇ ਸਨ। ਹੁਣ ਉਹਨਾਂ ਨੇ ਭਾਈ ਬਲਦੇਵ ਸਿੰਘ ਨੂੰ ਕਿਹਾ ਕਿ ਤੁਸੀਂ ਕੀ ਚਾਹੁੰਦੇ ਹੋ, ਤੇ ਉਹਨੂੰ ਪਹਿਲਾਂ ਹੀ ਜਹਾਜ਼ 'ਚ ਵਰਗਲਾ ਕੇ ਖੜਿਆ ਸੀ ਇਹਨਾਂ ਤਿੰਨਾਂ ਨੇ ਕਿ ਵੇਖੋ ਜੀ ਸਾਡਾ ਤੇ 9 ਮਾਸ ਦਾ ਰਿਸ਼ਤਾ ਹੈ, ਹਿੰਦੁਸਤਾਨ ਸਾਡੇ ਤੋਂ ਵੱਧ ਤੁਹਾਡਾ ਹੈ, ਇਹਦੇ ਵਿੱਚ ਹਰ ਇੱਕ ਕਰਮ ਤੁਹਾਨੂੰ ਪੁੱਛ ਕੇ ਕੀਤਾ ਜਾਊਗਾ। ਤੇ ਉਹਨੇ ਕਿਹਾ ਨਹੀਂ ਜੀ ਅਸੀਂ ਤੇ ਭਾਰਤ ਦੇ ਨਾਲ ਰਹਿਣਾ, ਅਸੀਂ ਤੇ ਹਿੰਦੁਸਤਾਨ ਦੇ ਨਾਲ ਰਹਿਣਾ। ਇਹ ਮੈਂ ਦੇਖੋ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਤੁਹਾਨੂੰ ਸੁਣਾ ਰਿਹਾ। ਗੋਰਿਆਂ ਨੇ ਕਿਹਾ ਇਹਨਾਂ ਨੂੰ ਜਾਣਦੇ, ਤੇਰੇ ਨਾਲ ਅਸੀਂ ਵੱਖਰੀ ਗੱਲ ਕਰਨੀ ਚਾਹੁੰਦੇ ਹਾਂ। ਪੰਡਿਤ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ ਤੇ ਹਰਮਨ ਭਾਈ ਪਟੇਲ ਨੇ ਬਾਹ ਨਹੀਂ ਸੀ ਛੱਡੀ ਕਿ ਜੇ ਅੱਜ ਬਲਦੇਵ ਸਿੰਘ ਉਹ ਇੱਥੇ ਰਹਿ ਗਿਆ ਤੇ ਫਿਰ ਵੱਖਰਾ ਇਹਨਾਂ ਨੇ ਰਾਜ ਲੈ ਜਾਣਾ। ਇਹ ਇਹਨਾਂ ਨੇ ਵਰਗਲਾ ਲਿਆ ਜੀ। ਵਰਗਲਾ ਕੇ ਜਦੋਂ ਵਾਪਸ ਲਿਆਂਦਾ, ਫਿਰ ਤੇ ਤੁਹਾਨੂੰ ਪਤਾ ਹੀ ਆ ਬਜ਼ੁਰਗੋ, ਤੁਸੀਂ ਉਸ ਸਮੇਂ ਨੂੰ ਹੋ ਸਕਦਾ ਪਿੰਡੇ ਤੇ ਹੰਡਾਇਆ ਹੋਵੇ ਕਿ 47 ਕਾਹਦੀ ਸੀ ਉਹ। ਕਹਿੰਦੇ 47 ਦੀਆਂ ਵੰਡੀਆਂ ਪਈਆਂ, ਪਾਕਿਸਤਾਨ ਨੂੰ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ, ਹਿੰਦੂਆਂ ਨੂੰ ਹਿੰਦੁਸਤਾਨ ਮਿਲ ਗਿਆ, ਤੇ ਸਿੱਖਾਂ ਦੇ ਪੱਲੇ ਖੁਆਰੀ ਪੈ ਗਈ। ਸਿੱਖਾਂ ਨੂੰ ਕੀ ਮਿਲਿਆ? ਸਿੱਖਾਂ ਨੂੰ ਮਿਲਿਆ ਸਿੱਖਾਂ ਦੀਆਂ ਜ਼ਗੀਰਾਂ, ਮਿਹਨਤ ਦੇ ਨਾਲ ਜਿਹੜੀਆਂ ਬਣਾਈਆਂ ਆਪਣੇ ਘਰ, ਆਪਣੇ ਜਿੰਨੇ ਜ਼ਮੀਨੋਂ ਭਾਂਡੇ ਸਨ ਸਭ ਪਾਕਿਸਤਾਨ 'ਚ ਛੱਡ ਕੇ। ਤੇ ਉਸ ਸਮੇਂ ਵੀ ਸਭ ਤੋਂ ਵੱਧ ਨੁਕਸਾਨ ਸਿੱਖ ਦਾ ਹੋਇਆ, ਪੰਜਾਬ ਦਾ ਹੋਇਆ, ਸਾਡੇ ਆਪਣੀ ਆਬਾਦੀ ਦਾ ਹੋਇਆ, ਜਿਨ੍ਹਾਂ ਨੇ ਵੇਖੋ ਕਿੰਨੇ ਚਿਰ ਤੱਕ ਅਸੀਂ ਉਜੜੇ ਰਹੇ, ਤੇ ਫਿਰ ਜਾ ਕੇ ਮਿਹਨਤਾਂ ਕਰਕੇ ਤੇ ਫਿਰ ਇੱਕ ਨਵਾਂ ਪੰਜਾਬ ਜਿਹੜਾ ਉਹ ਸਿਰਜਿਆ। ਹੁਣ ਧਿਆਨ ਦਿਓ, 14 ਅਗਸਤ ਨੂੰ ਜਿਹੜਾ 1947 ਦੇ ਅੰਦਰ ਇਹ ਕਹਿ ਦਿੱਤਾ ਕਿ ਠੀਕ ਹੈ ਮੁਸਲਮਾਨਾਂ ਨੂੰ ਪਾਕਿਸਤਾਨ, ਹਿੰਦੂਆਂ ਨੂੰ ਜਿਹੜਾ ਭਾਰਤ ਤੇ ਸਿੱਖ ਕਹਿੰਦੇ ਨਾਲ ਰਹਿਣਾ। ਇਸ ਸਮੇਂ ਦੇ ਅੰਦਰ 1 ਮਹੀਨਾ ਤੇ 25 ਦਿਨ ਬਾਅਦ ਜਿਹੜੇ ਇਹ ਕਹਿੰਦੇ ਸਨ ਕਿ ਸਿੱਖੋ ਭਾਰਤ ਸਾਡੇ ਨਾਲੋਂ ਵੱਧ ਤੁਹਾਡਾ ਹੈ, ਕਹਿੰਦੇ ਆ ਕਿ ਇਹ ਅਕਤੂਬਰ ਦਾ ਮਹੀਨਾ 47 'ਚ ਸਭ ਕੁਝ ਹੋਇਆ। ਤੇ ਸਾਧ ਸੰਗਤ ਜੀ, ਲੁਧਿਆਣੇ ਦੇ ਨੇੜੇ, ਹੁਸ਼ਿਆਰਪੁਰ ਦੇ ਨੇੜੇ ਇੱਕ ਰਣਜੀਤ ਸਿੰਘ ਨਾਮ ਲਿਖਿਆ, ਉਹਦਾ ਕੋਈ ਨੇੜੇ ਦਾ ਰਿਸ਼ਤੇਦਾਰ, ਕਹਿੰਦੇ ਕਿਸੇ ਪਿੰਡ 'ਚ ਗਿਆ, ਪੁਲਿਸ ਵਾਲਾ ਸੀ। ਤੇ ਜਦੋਂ ਪਿੰਡ ਦੇ ਵਿੱਚ ਗਏ ਇਹ, ਤੇ ਉੱਥੇ ਨਾ 3-4 ਏਦਾਂ ਨੌਜਵਾਨ ਬਹਿ ਕੇ ਆਪਸ 'ਚ ਗੱਲਾਂ ਬਾਤਾਂ ਕਰ ਰਹੇ, ਤੇ ਉਹਨਾਂ ਵਿੱਚੋਂ ਇੱਕ ਦਾ ਦਾੜਾ ਬੜਾ ਲੰਬਾ ਸੀ, ਅੰਮ੍ਰਿਤਧਾਰੀ ਦਾੜਾ ਪ੍ਰਕਾਸ਼ ਸੀ। ਉਹਨੇ ਆਵਾਜ਼ ਮਾਰੀ
आवाज मारी, कोई गल नहीं बात नहीं, उन्हें दाड़ा फड़िया ते एड्डी जोर दी पटिया, धरती च उन्होंने सुट के ते उपर अपने बूट रख रख के दाड़ा पुटदा, दाड़ा पुट के ते खत च फड़ के डब्बी कड्डी जेबे चों ते दाड़े नूं साड़ के कहंदा गल सुनो, तुसी बड़े नाडू खा बने फिरदे हो। ਇਹ ਸੇਮ ਮੈਂ ਉਹ ਅੱਖਰ ਵਰਤਦਾ ਪਿਆ ਜੋ ਸਾਨੂੰ 1 ਮਹੀਨਾ 25 ਦਿਨ ਬਾਅਦ ਕਹਿਣੇ ਸ਼ੁਰੂ ਕੀਤੇ। ਕਹਿੰਦਾ ਤੁਸੀਂ ਪੰਜਾਬ ਦੇ ਅੰਦਰ ਬੜੇ ਨਾਡੂ ਖਾ ਬਣਦੇ ਹੋ, ਅੱਜ ਤੋਂ ਬਾਅਦ ਇਹ ਤੁਹਾਡੇ ਨਾਲ ਇਹੀ ਹਸ਼ਰ ਪੰਜਾਬ 'ਚ ਹੋਇਆ ਕਰੇਗਾ, ਕਿਉਂਕਿ ਹੁਣ ਇਹ 47 ਤੋਂ ਬਾਅਦ ਹਿੰਦੁਸਤਾਨ ਆਜ਼ਾਦ ਹੋ ਗਿਆ। ਇਹ ਪਹਿਲੀ ਘਟਨਾ ਸੀ ਸਿੱਖਾਂ ਦੇ ਨਾਲ ਵਾਪਰੀ। ਦੂਜੀ ਘਟਨਾ ਧਿਆਨ ਨਾਲ ਸੁਣੋ, ਆਜ਼ਾਦੀ ਤੋਂ ਬਾਅਦ ਪਹਿਲਾ ਦੁਸ਼ਹਿਰਾ ਸਨ 1948 ਚ ਮਨਾਇਆ ਗਿਆ। ਪਹਿਲਾ ਦੁਸ਼ਹਿਰਾ 48 ਚ ਜਦੋਂ ਇਹ ਦੁਸ਼ਹਿਰਾ ਮਨਾਇਆ ਗਿਆ ਤੇ ਜਦੋਂ ਰਾਮ ਦੀਆਂ ਝਾਕੀਆਂ ਕੱਢੀਆਂ ਗਈਆਂ, ਇੱਕ ਹਿੰਦੂ ਨੂੰ ਬਨਾਵਟੀ ਸਿੱਖ ਬਣਾ ਕੇ ਉਹਦੇ ਨਕਲੀ ਦਾੜਾ ਪੱਗ ਬੰਨ ਕੇ ਨਾ, ਸੰਗਤ ਜੀ ਇਸ ਕੁਝ ਹੋਇਆ ਤੇ 84 ਤੇ ਜਾ ਕੇ ਸਾਡੇ ਫਿਰ ਯੋਧਿਆਂ ਨੇ ਹੱਥਾਂ 'ਚ ਸ਼ਮਸ਼ੀਰਾਂ ਫੜ ਕੇ ਆਪ ਬਦਲੇ ਲੈਣੇ ਸ਼ੁਰੂ ਕੀਤੇ। ਹੁਣ ਜਦੋਂ ਇਹਨਾਂ ਨੇ ਆਪਣੇ ਸਿੱਖ ਬਣਾਇਆ ਤੇ ਉਹਨੂੰ ਸਭ ਤੋਂ ਪਹਿਲਾਂ ਪਤਾ ਹੀ ਕੀਤਾ, ਗੰਦੇ ਨਾਲੇ 'ਚ ਡੋਬ ਕੇ ਨਾ ਪਗੜੀ ਸਮੇਤ, ਕਿਉਂ ਕੀਤੋ ਵਿਸਾਹ ਇੱਕ ਕਿਤਾਬ ਏ, ਉਹਦੇ 134 ਤੇ 135 ਨੰਬਰ ਨੂੰ ਆਪ ਕਦੇ ਘਰ 'ਚ ਪੜ੍ਹ ਕੇ ਵੇਖਿਓ ਕਿ ਇਹ ਗੱਲਾਂ ਲਿਖੀਆਂ ਕਿ ਨਹੀਂ ਲਿਖੀਆਂ। ਹੁਣ ਜਦੋਂ ਇਹਨਾਂ ਨੇ ਗੰਦੇ ਨਾਲੇ ਵਿੱਚੋਂ ਸਿੱਖ ਕੱਢਿਆ, ਉਹਦੀ ਦਾੜੀ ਚੁੰਦੀ ਆ, ਪੱਗ ਦੇ ਵਿੱਚੋਂ ਗਾਰਾ ਵਗਦਾ ਪਿਆ, ਇਹ ਦੁਸ਼ਹਿਰੇ ਦੀ ਘਟਨਾ ਹੈ। ਤੇ ਦੂਜਾ ਕੰਮ ਉਹਨਾਂ ਨੇ ਕੀਤਾ, ਹੱਥ 'ਚ ਥਾਲ ਫੜਾ ਕੇ ਮੱਝ ਦੇ ਗੋਹੇ ਦਾ ਜਿਹੜਾ ਹੁੰਦਾ ਨਾ ਵੱਡਾ ਫੋਸ, ਉਹ ਥਾਲ 'ਚ ਰੱਖਿਆ ਤੇ ਝਾਕੀ ਵਿੱਚ ਉਹਨੂੰ ਫੇਰਿਆ ਗਿਆ ਤੇ ਪੁੱਛਦੇ ਆ ਕੀ? ਕਹਿੰਦਾ ਦਰਬਾਰ ਸਾਹਿਬ ਗਿਆ ਸੀ, ਗੁਰੂ ਦੀ ਦੇਗ ਲੈ ਕੇ ਆਇਆ। ਇਹ ਸਾਡੇ ਨਾਲ ਹੋਇਆ ਸੰਗਤ ਜੀ। ਤੇ ਜਦੋਂ ਇਹ ਗੱਲਾਂ ਹੋਈਆਂ, ਹੁਣ ਭੀੜ ਦੇ ਵਿੱਚ ਸਿੱਖ ਵੀ ਨੇ ਜਿਹੜੇ ਮਾਣ ਰੱਖਦੇ ਸੀ ਕਿ ਹਿੰਦੁਸਤਾਨ ਤੇ ਸਾਡਾ, ਉਹ ਕਹਿਣ ਲੱਗੇ ਗੱਲ ਸੁਣੋ, ਇੱਕ ਤੁਸੀਂ ਬਨਾਵਟੀ ਸਿੱਖ ਬਣਾ ਲਿਆ, ਉਹਨੂੰ ਗਾਰੇ 'ਚ ਡੁੱਬਿਆ, ਉਤੋਂ ਉਹਦੇ ਹੱਥ 'ਚ ਥਾਲ 'ਚ ਗੋਹਾ ਪਾ ਕੇ ਕਹਿੰਦੇ ਹੋ ਗੁਰੂ ਘਰ ਦੀ ਦੇਗ ਹੈ ਦਰਬਾਰ ਸਾਹਿਬ ਦੀ। ਜਦੋਂ ਸਿੱਖਾਂ ਨੇ ਵਿਰੋਧ ਕੀਤਾ ਤੇ ਸਿੱਖਾਂ ਨੂੰ ਫੜ ਕੇ ਇਹਨਾਂ ਨੇ ਜੇਲ੍ਹ 'ਚ ਸੁੱਟਿਆ। ਸਾਚੀ ਸਾਖੀ ਇੱਕ ਕਿਤਾਬ ਹੈ, ਉਹਦੇ ਲਿਖਣ ਵਾਲੇ ਨੇ ਸਰਦਾਰ ਕਪੂਰ ਸਿੰਘ। ਇਹ ਉਸ ਸਮੇਂ ਜਿਹੜੇ ਨੇ ਡਿਸਟ੍ਰਿਕਟ ਮੈਜਿਸਟ੍ਰੇਟ ਨੇ, ਇਹਨੇ ਵਿੱਚ ਪੈ ਕੇ ਉਹ ਸਿੱਖ ਛਡਾਏ ਤੇ ਇਹਨੂੰ ਇਹ ਧਮਕੀ ਦਿੱਤੀ ਗਈ ਜੋ ਅੱਜ ਸਰਕਾਰਾਂ ਕਰਦੀਆਂ, ਸਾਡੇ ਖਿਲਾਫ ਬੋਲੋਗੇ ਤੁਹਾਨੂੰ ਜੇਲ੍ਹਾਂ 'ਚ ਸੁੱਟ ਦਿਆਂਗੇ, ਕਿ ਜੇ ਤੂੰ ਅੱਜ ਤੋਂ ਬਾਅਦ ਸਿੱਖਾਂ ਦੇ ਕਿਸੇ ਕੰਮ 'ਚ ਆਇਆ ਤੇ ਤੇਰੇ ਨਾਲ ਵੀ ਉਹੀ ਅਸਰ ਕਰਾਂਗੇ ਜੋ ਇਹਨਾਂ ਨਾਲ ਕੀਤਾ। ਉਹਨੇ ਫਿਰ ਸਾਚੀ ਸਾਖੀ ਕਿਤਾਬ ਲਿਖੀ। ਇਹ ਦੋ ਘਟਨਾਵਾਂ ਹੋਈਆਂ 48 ਵਿੱਚ, ਤੁਸੀਂ ਜਿਹੜੀਆਂ ਸੁਣ ਰਹੇ ਹੋ। ਹੁਣ ਇਹ 1948 ਦੀ ਘਟਨਾ, ਪਹਿਲੇ ਦੁਸ਼ਹਿਰੇ ਦੀ। ਤੇ ਦੇਖੋ ਇਹਨਾਂ ਨੇ ਫਿਰ ਬਾਅਦ ਦੇ ਅੰਦਰ ਚਲੋ ਸਿੱਖਾਂ ਦੇ ਨਾਲ ਧੱਕੇ ਕਰਨੇ ਸ਼ੁਰੂ ਕੀਤੇ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਇੱਕ ਸਮਾਂ ਆਇਆ ਜਦੋਂ ਪੰਜਾਬ ਦਾ ਗਵਰਨਰ ਜਿਹੜਾ ਸੀ ਨਾ, ਉਸ ਸਮੇਂ ਚੰਦੂ ਲਾਲ ਤਰਬੇਦੀ ਨੂੰ ਜਿਹੜਾ ਸੀ ਇਹਨਾਂ ਨੇ ਬਣਾਇਆ, ਉਹਨੇ ਵੀ ਸਭ ਤੋਂ ਪਹਿਲਾਂ ਬਣਦਿਆ ਕਿਹਾ ਸੀ ਕਿ ਜਿਹੜੀ ਸਿੱਖ ਕੌਮ ਹੈ ਨਾ, ਇਹ ਜਰਾਇਮ ਪੇਸ਼ਾ ਕੌਮ ਹੈ। ਇਹ 47 ਤੋਂ ਬਾਅਦ ਜਰਾਇਮ ਪੇਸ਼ਾ ਪਤਾ ਕਿਸ ਕੌਮ ਨੂੰ ਕਿਹਾ ਜਾਂਦਾ ਕਿ ਇਹਨਾਂ ਨੂੰ ਲੜਨ ਤੋਂ ਸਿਵਾ ਕੋਈ ਕੰਮ ਨਹੀਂ। ਵੇਖੋ, ਦੇਸ਼ ਆਜ਼ਾਦ ਕਰਾਉਣਾ ਹੋਵੇ ਤੇ ਤੋਪਾਂ ਸਾਡੇ ਗਲਾਂ 'ਚ, ਦੇਸ਼ ਆਜ਼ਾਦ ਕਰਾਉਣਾ ਤੇ ਫਾਂਸੀ ਦੇ ਫੰਦੇ ਸਾਡੇ ਗਲਾਂ 'ਚ, ਦੇਸ਼ ਆਜ਼ਾਦ ਕਰਾਉਣਾ ਤੇ ਉਸ ਸਮੇਂ ਜੰਗ ਇੰਡੀਆ ਉਹ ਸੀ ਪੱਤਰ ਜਿਹੜਾ ਕਹਿ ਲੋ ਅਖਬਾਰਾਂ ਛਪਦੀਆਂ, ਬੜੇ ਸੋਹਲੇ ਗਾਣੇ, ਸਿੱਖ ਕੌਮ ਬੜੀ ਬਹਾਦਰ। ਤੇ ਜਦੋਂ 47 ਮਿਲ ਗਿਆ ਹਿੰਦੁਸਤਾਨ ਤੇ ਹੁਣ ਸਾਨੂੰ ਜਰਾਇਮ ਪੇਸ਼ਾ ਕੌਮ ਦਾ ਥੱਪਾ ਲਾ ਦਿੱਤਾ। ਫਿਰ ਸਮਾਂ ਆਪਣੀ ਚਾਲੇ ਚੱਲਿਆ 1955 ਤੇ ਉਹਦੇ ਤੋਂ ਪਹਿਲਾਂ ਕਸ਼ਮੀਰ ਦਾ ਵੀ ਇੱਕ ਰੌਲਾ ਪਿਆ। ਕਸ਼ਮੀਰ ਕਹਿੰਦੇ ਆਪਾਂ ਭਾਰਤ ਨਾਲ ਨਹੀਂ ਰਹਿਣਾ। ਇਹਦਾ ਜਿਹੜਾ ਮੇਨ ਸੀ ਅਬਦੁੱਲਾ, ਉਹਦਾ ਨਾਮ ਲਿਖਿਆ, ਉਹ ਕਹਿੰਦਾ ਕਿ ਜੇ ਤੁਸੀਂ ਭਾਰਤ ਦੇ ਨਾਲ ਰੱਖਣਾ ਤੇ 370 ਧਾਰਾ ਇੱਥੇ ਬਣਾਓ। ਇਹਦਾ 370 ਦਾ ਭਾਵ ਸੀ ਸਾਡਾ ਪ੍ਰਧਾਨ ਆਪਣਾ, ਸਾਡਾ ਵਿਧਾਨ ਆਪਣਾ ਤੇ ਸਾਡਾ ਨਿਸ਼ਾਨ ਆਪਣਾ ਹੋਵੇਗਾ, ਜਿਹਨੂੰ ਮੋਦੀ ਸਰਕਾਰ ਨੇ ਪਿੱਛੇ ਜੇ ਧੱਕਮ ਕਰਕੇ ਤੇ ਤੋੜ ਦਿੱਤੀ 370। ਇਹ ਸਾਰੇ ਉਸ ਸਮੇਂ ਹੋਏ। ਇਹਨਾਂ ਦਿਨਾਂ ਵਿੱਚ ਹੀ ਝੰਡੇ ਦੀ ਗੱਲ ਚੱਲੀ। ਅੱਜ ਵੀ ਤੁਹਾਨੂੰ ਪਤਾ ਫੌਜੀ ਵੀਰ ਬੈਠੇ ਆ, ਜਿਸ ਦੇਸ਼ ਦੇ ਝੰਡੇ ਨੂੰ ਲੈ ਕੇ ਅਸੀਂ ਸ਼ਾਦੀਆਂ ਤੇ ਅੱਜ ਵੀ ਦੁਸ਼ਮਣਾਂ ਦੀਆਂ ਗੋਲੀਆਂ ਖਾਂਦੇ ਆ, ਉਹਦੇ ਵਿੱਚ ਸਾਨੂੰ ਰੱਖਿਆ ਹੀ ਨਹੀਂ।
ਜਿਹੜਾ ਇਹ ਪਹਿਲਾ ਲਾਲ ਰੰਗ ਤੋਂ ਇਹਨਾਂ ਨੇ ਭਗਵਾ ਕੀਤਾ, ਇਹ ਹਿੰਦੂਆਂ ਦਾ ਹੈ, ਤੇ ਜਿਹੜਾ ਥੱਲੇ ਖਰਿਆ ਇਹ ਮੁਸਲਮਾਨਾਂ ਦਾ। ਚਿੱਟੇ ਰੰਗ ਦਾ ਭਾਵ ਹੁੰਦਾ ਹੈ ਅਦਰ ਕੌਮਾਂ ਦਾ। ਅਦਰ ਕੌਮਾਂ 'ਚ ਈਸਾਈ ਆ ਗਏ, ਜੈਨੀ, ਬੋਧੀ, ਪਾਰਸੀ ਆ ਗਏ, ਜੋ ਜਿਹੜੇ ਯਹੂਦੀ ਆ ਗਏ, ਤੇ ਉਹਨਾਂ ਵਿੱਚ ਸਿੱਖ ਵੜਦੇ ਕਿ ਸਿੱਖਾਂ ਦਾ ਆਪਣਾ ਵਜੂਦ ਕੋਈ ਨਹੀਂ, ਇਹਨਾਂ ਨੂੰ ਅਦਰ ਕੌਮਾਂ 'ਚ ਪਾ ਦਿਓ। ਝੰਡੇ 'ਚ ਵੀ ਸਾਨੂੰ ਰੰਗ ਨਹੀਂ ਦਿੱਤਾ। ਜਿਸ ਦੇਸ਼ ਲਈ ਆਪਾਂ ਇਹ ਕੁਝ ਕਰਦੇ ਆ ਰਹੇ ਆ, ਇਹਨਾਂ ਦਿਨਾਂ ਵਿੱਚ ਡਾਕਟਰ ਅੰਬੇਦਕਰ ਨੂੰ ਨਾ ਭੁੱਲਿਓ। ਕਰੋੜਾਂ ਦੀ ਜਨਸੰਖਿਆ ਲੈ ਕੇ ਹਰੀਜਨ ਬਹੁ ਜਿਹੜਾ ਸਮਾਜ ਹੈ ਇਹ ਮਾਸਟਰ ਤਾਰਾ ਸਿੰਘ ਕੋਲ ਆਇਆ। ਸੰਗਤ ਜੀ, ਉਹ ਬੰਦਾ ਜਿਹਨੇ ਸਾਡੇ ਹਿੰਦੁਸਤਾਨ ਦਾ ਸੰਵਿਧਾਨ ਲਿਖਿਆ, ਉਹ ਬੰਦਾ ਜਿਹੜਾ ਉਸ ਸਮੇਂ ਬੜਾ ਪੜ੍ਹਿਆ ਲਿਖਿਆ ਮੰਨਿਆ ਜਾਂਦਾ ਰਿਹਾ, ਉਹ ਬੰਦੇ ਨੇ ਕਿਹਾ ਸੀ ਮੈਂ ਹਿੰਦੂ ਜੰਮਿਆ ਜ਼ਰੂਰ ਆ ਪਰ ਮੈਂ ਹਿੰਦੂ ਮਰਨਾ ਨਹੀਂ ਚਾਹੁੰਦਾ। ਤੇ ਇਹ ਉਹ ਬੰਦੇ ਦੇ ਬੋਲ ਨੇ ਜਿਹਨੇ ਸੰਵਿਧਾਨ ਲਿਖਿਆ। ਉਹ ਮਾਸਟਰ ਤਾਰਾ ਸਿੰਘ ਕੋਲ ਆਏ, ਕਹਿੰਦੇ ਮੇਰੇ ਨਾਲ ਇਹ ਕਰੋੜਾਂ ਮੇਰੇ ਲੋਕ ਚੱਲ ਕੇ ਆਏ, ਅਸੀਂ ਸਿੱਖ ਬਣਨਾ ਚਾਹੁੰਦੇ ਹਾਂ। ਕਹਿੰਦੇ ਆ ਬੜਾ ਵੱਡਾ ਬਾਟੇ ਜਿਹੜੇ ਸੀ ਨਾ ਵੱਡੇ ਆਕਾਰ ਦੇ, ਜਿਵੇਂ ਕੜਾਹਿਆਂ 'ਚ ਦਾਲ ਬਣਦੀ, ਤਿਆਰ ਹੋ ਗਏ ਕਿ ਸਵੇਰ ਨੂੰ ਇਹਨਾਂ ਸਾਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸੇ ਦੇ ਵਿੱਚ ਜਿਹੜਾ ਉਹ ਦਾਖਲ ਕਰ ਲੈਣਾ। ਮਾਸਟਰ ਤਾਰਾ ਸਿੰਘ ਵੇਖੋ, ਜਦੋਂ ਬੰਦੇ ਦੀ ਮੱਤ ਮਾਰੀ ਜਾਂਦੀ ਨਾ, ਇਹ ਕਹਿਣ ਲੱਗੇ ਕਿ ਨਹਿਰੂ ਨੂੰ ਤੇ ਗਾਂਧੀ ਨੂੰ ਪੁੱਛ ਲਓ ਕਿ ਇਹਨਾਂ ਨੂੰ ਅਸੀਂ ਸਰਦਾਰ ਬਣਾ ਸਕਦੇ ਹਾਂ, ਅੰਮ੍ਰਿਤ ਛਕ ਸਕਦੇ ਨੇ ਇਹ। ਤੇ ਉਹਨਾਂ ਨੂੰ ਤੇ ਅੱਗੇ ਪਤਾ ਸੀ ਸਾਡੀ ਗਿਣਤੀ ਦੇ ਅੱਗੇ ਘਾਟੇ, ਅਸੀਂ ਤੇ ਚਲਾਕੀਆਂ ਦੇ ਨਾਲ ਦੋਗਲੇਪਨ ਨਾਲ ਜਿਹੜਾ ਉਹ ਰਾਜ ਇਹਨਾਂ ਤੇ ਕਰ ਰਹੇ ਆ, ਤੇ ਜੇ ਇੰਨੇ ਲੋਕ ਸਰਦਾਰ ਸਿੱਖ ਬਣ ਗਏ ਤੇ ਇਹਨਾਂ ਦੇ ਹੱਥ 'ਚ ਸਾਰੀ ਪਾਵਰ ਆ ਜਾਣੀ। ਗਾਂਧੀ ਨੇ ਤੇ ਨਹਿਰੂ ਨੇ ਮਨਾ ਕਰਤਾ, ਬਿਲਕੁਲ ਨਹੀਂ। ਉਦੋਂ ਫਿਰ ਤੁਹਾਨੂੰ ਪਤਾ ਇਹ ਜਿੰਨੇ ਸਾਰੇ ਬੋਧੀ ਬਣੇ ਸੀ, ਕਹਿੰਦਾ ਜੇ ਸਿੱਖ ਨਹੀਂ ਬਣਨਾ ਹਿੰਦੂ ਅਸੀਂ ਵੀ ਨਹੀਂ ਰਹਿਣਾ, ਤੇ ਬੋਧੀ ਹੋ ਕੇ ਜਿਹੜਾ ਸੀ ਫਿਰ ਉਹ ਮਰਿਆ ਸੀ। ਹੁਣ ਅਸੀਂ ਇਹ 3-4 ਗੱਲਾਂ ਤੁਹਾਡੇ ਸਾਹਮਣੇ ਰੱਖੀਆਂ। ਪੰਜਾਬੀ ਸੂਬੇ ਦੀ ਗੱਲ ਆਈ, ਵੇਖੋ ਬੋਲੀ ਦੇ ਆਧਾਰ ਤੇ ਨਾ ਸੂਬੇ ਵੰਡੇ ਜਾਂਦੇ ਨੇ ਕਿ ਜਿਵੇਂ ਕੋਈ ਬੋਲਦਾ ਉਹਨੂੰ ਅਸੀਂ ਵੱਖ-ਵੱਖ ਸੂਬੇ ਦੇ ਦਈਏ। ਪੰਜਾਬ ਦੀ ਜਦੋਂ ਗੱਲ ਆਈ ਤੇ ਇਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਹਿੰਦੂ ਵੀ ਰਹਿੰਦੇ ਆ, ਇਹਨੂੰ 2 ਭਾਸ਼ਾਈ ਸੂਬਾ ਬਣਾਇਆ ਜਾਏ। 2 ਭਾਸ਼ਾਈ ਦਾ ਭਾਵ ਇੱਕ ਭਾਸ਼ਾ ਦੇ ਆਧਾਰ ਤੇ ਇਹਨੂੰ ਸੂਬਾ ਨਹੀਂ ਨਿਯਤ ਕਰਨਾ। ਹੁਣ ਸਿੱਖ ਕਹਿਣ ਲੱਗੇ ਅਸੀਂ ਅਬ ਤੁਹਾਡੇ ਲਈ ਇੰਨਾ ਕੁਝ ਕੀਤਾ, ਹੁਣ ਜੇ ਤੁਸੀਂ ਸੂਬਾ ਵੀ ਬਣਾ ਰਹੇ ਹੋ ਵੀ 2 ਭਾਸ਼ਾਈ, ਸਾਨੂੰ ਘੱਟੋ ਘੱਟ ਪੰਜਾਬੀ ਦੇ ਆਧਾਰ ਤੇ ਆਪਣਾ ਵੱਖਰਾ ਸੂਬਾ ਤੇ ਦਿਓ। ਇਹ ਮੰਨੇ ਨਹੀਂ ਜੀ। 1955 ਤੋਂ ਲੈ ਕੇ ਤੇ 1966 ਤੱਕ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਸਿੱਖਾਂ ਨੇ 11 ਸਾਲ ਜੇਲਾਂ ਕੱਟੀਆਂ। ਪੰਜਾਬੀ ਸੂਬਾ ਲੈਣ ਦੇ ਲਈ 11 ਸਾਲ ਛੇਤੀ ਨਹੀਂ ਮੰਨੇ। ਉਹਨਾਂ 11 ਸਾਲਾਂ ਦੇ ਵਿੱਚ ਜਿਹੜਾ 1955 ਦੇ ਵਿੱਚ ਇਹ ਪੰਜਾਬ ਦਾ ਸੀਐਮ ਬਣਦਾ, ਉਹਦਾ ਨਾਮ ਲਿਖਿਆ ਸਾਡੇ ਜਿਹੜਾ ਹੈ ਉਹ ਲਾਲ ਚੰਦ, ਜਿਹੜਾ ਅਸੀਂ ਤਰਬੇਦੀ ਦੀ ਪਿੱਛੇ ਗੱਲ ਕੀਤੀ, ਭੀਮ ਸੈਨ ਸੱਚਰ 1955 ਚ ਜਿਹੜਾ ਇਹ ਸੀਐਮ ਬਣਦਾ। ਇਹਨੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਦਾ ਗੁਰਪੁਰਬ ਕੱਢਿਆ ਜਾ ਰਿਹਾ ਨਗਰ ਕੀਰਤਨ ਲੁਧਿਆਣੇ ਵਿੱਚ, ਤੇ ਇਹਨੇ ਸਾਧ ਸੰਗਤ ਜੀ 144 ਧਾਰਾ ਲਾਤੀ ਤੇ ਪੰਜਾਬੀ ਸੂਬਾ ਮੋਰਚਾ ਨਾਰੇ ਦੇ ਉੱਤੇ ਪਾਬੰਦੀ ਲਾਤੀ। ਤੁਸੀਂ ਪੰਜਾਬੀ ਸੂਬਾ ਮੰਗਦੇ ਹੋ, ਅਸੀਂ ਤੁਹਾਨੂੰ ਨਾਰੇ ਵੀ ਨਹੀਂ ਲਾਣ ਦੇਣੇ। ਕਾਲੀ ਚਰਨ ਇੱਕ ਨਾਮ ਲਿਖਿਆ ਆਰੀਆ ਸਮਾਜੀ, ਇਹਨੇ ਸਿੱਖਾਂ ਦੇ ਨਗਰ ਕੀਰਤਨ ਕੱਢਦੇ ਆ ਕੋਠੇ ਤੇ ਚੜ ਕੇ, ਇਹਦੇ ਬੰਦਿਆਂ ਨੇ ਇੱਟਾਂ ਤੇ ਰੋੜੇ ਸਿੱਖਾਂ ਦੇ ਮਾਰੇ। ਪਤਾ ਕਿਉਂ? ਕਿ ਇਹਨਾਂ ਨੂੰ ਨਾਰੇ ਲਾਉਣ ਤੋਂ ਅਸੀਂ ਮਨਾ ਕੀਤਾ, ਤੇ ਇਹ ਨਾਰੇ ਲਾਉਣ ਤੇ 144 ਧਾਰਾ ਤੋੜਨ ਤੇ ਇਹਨਾਂ ਨੂੰ ਬੰਨ ਕੇ ਜੇਲ੍ਹਾਂ 'ਚ ਸੁੱਟਿਆ ਜਾਏ। ਜਿਸ ਫਿਰ ਬੇਨਤੀਆਂ ਉਹੀ ਨੇ ਕਿ ਅਸੀਂ ਬੜਾ ਕੁਝ ਆਪਣੇ ਪਿੰਡੇ ਤੇ ਢਾਇਆ, 84 ਤੱਕ ਆਉਂਦੇ ਆ। ਹੁਣ ਪੰਜਾਬੀ ਸੂਬੇ ਦੀ ਗੱਲ ਚੱਲੀ, ਪਰ ਇਹ ਸੰਘਰਸ਼ ਰਿਹਾ। ਇਹਨਾਂ ਵਿੱਚ ਇੱਕ ਮੀਟਿੰਗ ਕੀਤੀ ਕਿ ਗੁਰਦੁਆਰਾ ਸੀਸਗੰਜ ਤੋਂ ਲੈ ਕੇ ਲਾਲ ਕਿਲੇ ਤੱਕ ਕਿੰਨੀ ਕੁ ਵਾਟ ਬਣਦੀ, ਜਿਨ੍ਹਾਂ ਨੇ ਵੇਖਿਆ ਹੋਵੇ। ਅਸੀਂ ਇੱਕ ਜਲੂਸ ਕੱਢਾਂਗੇ, ਭਾਵ ਵੱਡਾ ਇਜਲਾਸ ਕੱਢਾਂਗੇ ਕਿ ਸਾਨੂੰ ਜਿਵੇਂ ਵੱਖ-ਵੱਖ ਤੁਸੀਂ ਸੂਬੇ ਬਣਾਤੇ ਬੋਲੀ ਦੇ ਆਧਾਰ ਤੇ, ਸਾਡਾ ਵੀ ਦਿਓ ਹੱਕ। ਉੱਥੇ 3 ਘਟਨਾਵਾਂ ਕਿਹੜੀਆਂ ਹੁੰਦੀਆਂ ਉਹ ਕੱਲ ਤੁਸੀਂ ਸੁਣਿਓ। ਉਹ ਤੋਂ ਪਹਿਲਾਂ ਇੱਕ ਘਟਨਾ ਕਹਿ ਕੇ ਸਮਾਪਤੀ, ਆਂਧਰਾ ਪ੍ਰਦੇਸ਼ ਇਹ ਵੱਖਰਾ ਸੂਬਾ ਨਹੀਂ ਸੀ ਬਣਿਆ। ਇਹਨਾਂ ਦਾ ਇੱਕ ਜਿਹੜਾ ਆਗੂ ਸੀ ਰਾਮ ਲੂ, ਉਹਦਾ ਨਾਮ ਆਇਆ, ਉਹਨੇ 58 ਦਿਨ ਮਰਨ ਵਰਤ ਰੱਖਿਆ ਕਿ ਸਾਨੂੰ ਵੱਖਰਾ ਸੂਬਾ ਦਿਓ। 58 ਦਿਨ ਮਰਨ ਵਰਤ ਰੱਖਣ ਤੋਂ ਬਾਅਦ ਉਹ ਮਰ ਜਾਂਦਾ, ਪਰ ਉਹਦੀ ਮੌਤ ਤੋਂ ਬਾਅਦ ਹਿੰਦੁਸਤਾਨੀਆਂ ਨੇ ਵੱਖਰਾ ਸੂਬਾ ਇੱਕ ਜਿਹੜਾ ਸੀ ਦਿੱਤਾ।
ਆਂਧਰਾ ਪ੍ਰਦੇਸ਼ ਨੂੰ। ਕਮਾਲ ਦੀ ਗੱਲ ਦੇਖੋ, 58 ਦਿਨ ਨੂੰ ਮਨ ਵਰਤ ਰੱਖੇ, ਉਹਨਾਂ ਨੂੰ ਵੱਖਰਾ ਸੂਬਾ ਦਿੱਤਾ ਗਿਆ। ਸਾਡੇ ਸਿੱਖ ਫਾਂਸੀਆਂ ਤੇ ਚੜ੍ਹਨ ਤੇ ਸਾਡੇ ਲਈ ਕੀ ਮਿਲਿਆ? ਸਾਨੂੰ ਛਿੱਤਰ ਹੀ ਮਿਲੇ, ਹੋਰ ਕੀ ਮਿਲਿਆ? ਕਿਉਂਕਿ ਕਈ ਗਰਦਾਰੀਆਂ ਸਾਡੇ ਆਪਣਿਆਂ ਨੇ ਕੀਤੀਆਂ। ਹੁਣ ਚਲੋ ਅੱਗੇ ਇਹ ਸਾਰਾ ਅਸੀਂ ਸਿਲਸਿਲਾ ਲੈ ਕੇ 84 ਤੱਕ ਪਹੁੰਚਣਾ। ਫਿਰ ਬੇਨਤੀ ਹੱਥ ਜੋੜ ਕੇ ਸੰਗਤਾਂ ਨੂੰ ਅੱਧਾ ਕੁ ਘੰਟਾ 2-4 ਦਿਨ ਦਿਓ, ਟਿਕ ਕੇ ਆਪਾਂ ਜਿਹੜੀ ਉਹ ਕਥਾ ਕਰ ਸਕੀਏ। ਸਤਿਗੁਰੂ ਪਿਤਾ ਕਿਰਪਾ ਕਰੇ ਕਿ ਸਾਨੂੰ ਉਹ ਗੱਲਾਂ ਦਾ ਜ਼ਰੂਰ ਪਤਾ ਲੱਗੇ ਜਿਸ ਸੰਘਰਸ਼ ਵਿੱਚੋਂ ਨਿਕਲ ਕੇ ਅੱਜ ਅਸੀਂ ਇਸ ਹਿੰਦੁਸਤਾਨ ਦੇ ਅੰਦਰ ਕਿਵੇਂ ਸਮਾਂ ਬਤੀਤ ਕਰ ਰਹੇ ਹਾਂ ਉਹ ਅਸੀਂ ਜਾਣਦੇ ਹਾਂ ਜੀ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ